ਜੀ ਆਇਆਂ ਨੂੰ ਖੁਸ਼ਾਮਦੀਦ। ਪਸ਼ੂ ਪਾਲਕਾਂ ਨਾਲ ਜੁੜਿਆ, ਪਸ਼ੂਆਂ ਨਾਲ ਹਰ ਪੱਖੋਂ ਜੁੜੀ ਜਾਣਕਾਰੀ ਦਿੰਦਾ ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਅਸੀਸ ਡੇਰੀ ਫਾਰਮ ਹੈਲਪਲਾਈਨ ਲੈ ਹਾਜ਼ਰ ਹਾਂ ਮੈਂ। ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕਰ ਦਿਓ ਜਾਂ WhatsApp ਕਰ ਦਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਡੇਰੀ ਫਾਰਮਿੰਗ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਸਾਡਾ ਵਿਸ਼ਾ ਹੈ ਅਵਾਰਾ ਪਸ਼ੂ ਰਿਪੀਟ ਬਰੀਡਿੰਗ ਇੱਕ ਚੁਣੌਤੀ, ਜਿਸ ਮੁਤਲਕ ਗੱਲ ਕਰਨ ਲਈ ਸਾਡੇ ਨਾਲ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਫਾਰਮਰ ਡਾਇਰੈਕਟਰ ਡਾਕਟਰ ਰਣਜੋਧਨ ਸਿੰਘ ਸਹੋਤਾ ਸਾਹਿਬ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ। ਅੱਛਾ ਡਾਕਟਰ ਸਾਹਿਬ, ਜਿਵੇਂ ਮੈਂ ਜ਼ਿਕਰ ਕੀਤਾ ਅਵਾਰਾ ਪਸ਼ੂਆਂ ਦਾ, ਕਈ ਵਾਰ ਮੇਰੀ ਗੱਡੀ ਦੀ ਬ੍ਰੇਕ ਵੀ ਲੱਗੀ ਹੈ ਇਹਨਾਂ ਦਾ ਬਚਾਅ ਕਰਦੇ ਹੋਏ। ਤੇ ਇਹ ਜੋ ਅਵਾਰਾ ਪਸ਼ੂ ਇੰਨੇ ਫਿਰਦੇ ਨੇ, ਇਹਨਾਂ ਦੇ ਫਿਰਨ ਦਾ ਕਾਰਨ ਜਿਹੜਾ ਹੈ ਉਹ ਕੀ ਹੈ? ਦੇਖੋ ਜੀ, ਆਪਾਂ ਜਦੋਂ ਕੋਈ ਵੀ ਕਾਰੋਬਾਰ ਕਰਦੇ ਆਪਾਂ ਇਹ ਸੋਚਦੇ ਵਿੱਚੋਂ ਵੱਧ ਵਧੀਆ ਖਰਚਾ ਘੱਟ ਹੋਵੇ, ਜ਼ਿਆਦਾ ਸਾਨੂੰ ਮੁਨਾਫਾ ਹੋਵੇ। ਜਿੰਦਾ ਚੀਜ਼ ਆ ਜੀ, ਇਹ ਕੁਛ ਪੰਗੇ ਪੈਂਦੇ ਆ, ਕੁਛ ਪੈਣ ਨੂੰ ਫਿਰਦੇ, ਕੁਛ ਅਸੀਂ ਵੀ ਪਾ ਬੈਂਦੇ ਆ। ਸੋ ਜਿਹੜਾ ਆਪਾਂ ਗੱਲ ਕਰਦੇ ਆ ਵੀ ਇਹ ਫਿਰਦੇ ਆ, ਫਿਰਨ ਦਾ ਮਤਲਬ ਜੇ ਤਾਂ ਆਪਾਂ ਸੜਕਾਂ 'ਤੇ ਉਹ ਤਾਂ ਫਿਰਦੇ ਆ, ਪਰ ਜੇ ਉਹ ਗੱਲ ਕਰਦੇ ਆ ਸਾਡੇ ਫਿਰਨ 'ਚ ਆ ਵੀ ਉਹ ਠਹਿਰਦੇ ਨਹੀਂ, ਉਹ ਗਰਭ ਉਹਨਾਂ ਦਾ ਠਹਿਰਦਾ ਨਹੀਂ, ਉਹ ਤੋਂ ਲੈਂਦੇ ਆ ਅਤੇ ਉਹ ਫਿਰ ਮਜਬੂਰੀ 'ਚ ਸੜਕ 'ਤੇ ਆ ਜਾਂਦਾ। ਪਰ ਦੋ ਹੀ ਗੱਲਾਂ 'ਤੇ ਸਾਡੀ ਡੇਅਰੀ ਦੀ ਗੱਡੀ ਰਿੜ੍ਹਦੀ ਹੈ, ਇੱਕ ਨਸਲ ਅਤੇ ਇੱਕ ਸੰਭਾਲ। ਡੇਅਰੀ ਫਾਰਮ ਦਾ ਧੰਦਾ ਮੈਂ ਇੱਕ ਲਾਈਨ 'ਚ ਨਿਬੇੜ ਸਕਦਾ ਵੀ ਵਧੀਆ ਪਸ਼ੂਆਂ ਦੀ ਵਧੀਆ ਸੰਭਾਲ ਕਰਕੇ ਮੌਜਾਂ ਲੁੱਟੋ, ਪਰ ਨਸਲ ਜਿਹੜੀ ਆ ਔਰ ਹਰ ਜ਼ਿਮੀਂਦਾਰ ਵਧੀਆ ਪਸ਼ੂ ਰੱਖ ਕੇ ਬੈਠਾ, ਵਧੀਆ ਸੇਵਾ ਕਰਦਾ ਆਪਣੇ ਹਿਸਾਬ ਨਾਲ, ਜੇਬ ਦੇ ਹਿਸਾਬ ਨਾਲ ਨਹੀਂ, ਡੰਗਰ ਦੇ ਹਿਸਾਬ ਨਾਲ ਵੀ ਉਹ ਇੱਕੋ ਰਸੇ ਸਭ ਨੂੰ ਬੰਨੀ ਜਾਂਦਾ, ਚਾਹੇ ਉਹ 5 ਲੀਟਰ ਦਿੰਦੀ ਚਾਹੇ 50 ਦਿੰਦੀ ਹੈ। ਸੋ ਇਸ ਕਰਕੇ ਜਿਹੜਾ ਵੀ ਔਰ ਨਸਲ ਸਾਰੀ ਉਮਰ ਇੱਕੋ ਹੀ ਰਹਿਣੀ ਆ, ਜੋ ਜੰਮੇਗਾ ਅਖੀਰ ਤੱਕ ਉਹੀ ਰਹਿਣੀ, ਸੰਭਾਲ 'ਚ ਹੀ ਕੋਈ ਪੰਗਾ ਵਾ। ਔਰ ਜਦੋਂ ਆਪਾਂ ਕਹਿੰਦੇ ਆ ਵੀ ਸੜਕਾਂ 'ਤੇ ਆ ਗਏ, ਅਵਾਰਾ ਹੋ ਗਏ, ਉਹ ਮਤਲਬ ਬਾਰ-ਬਾਰ ਫਿਰ ਜਾਂਦੇ ਆ, ਖਲੋਂਦੇ ਨਹੀਂ, ਇਹਦਾ ਮਤਲਬ ਉਹ ਇੱਕ ਰਿਜ਼ਲਟ ਆ ਜੀ, ਉਹਦੇ ਪਿੱਛੇ ਕਾਰਨ ਕਿੰਨੇ ਹੀ ਹੋ ਸਕਦੇ ਆ। ਸੋ ਇਸ ਕਰਕੇ ਸਾਡਾ ਜਿਹੜਾ ਵੀ ਉਹਦੀ ਸੰਭਾਲਦਾ ਵਾ, ਉਹਦੇ ਹਰਾ ਚਾਰੇ ਦੀ ਕਮੀ ਆ, ਉਹਦੇ ਧਾਤਾਂ ਦਾ ਚੂਰਾ ਹੈ ਨਹੀਂ, ਉਹਨੂੰ ਜਿਹੜਾ ਘਟੀਆ ਫੀਡ ਪਾ ਰਿਹਾ, ਉੱਲੀ ਵਾਲੀ ਫੀਡ ਪਾ ਰਿਹਾ ਵਾ। ਦੂਜਾ, ਉਹ ਸੂਣ ਤੋਂ ਪਹਿਲਾਂ ਉਹਦੀ ਸੇਵਾ ਨਹੀਂ ਕਰ ਰਿਹਾ, ਕਿਉਂਕਿ ਹਰ ਬੰਦਾ ਠੀਕ ਕਰ ਰਿਹਾ। ਦੂਜਾ ਜਿਹੜਾ ਇੱਕ ਸਾਡਾ ਬਹੁਤ ਵੱਡਾ ਵਹਿਮ ਆ ਜੀ, ਜੇ ਮੈਂ ਸੇਵਾ ਕਰੂੰਗਾ ਬੱਚਾ ਭਾਰਾ ਹੋ ਜਾਊਗਾ, ਮੁੜ ਕੇ ਪੰਗੇ 'ਚ ਫਸ ਜਾਂਦਾ। ਉਸ ਤੋਂ ਬਾਅਦ ਗੁੰਗਾ ਹੇਹਾ, ਉਹਨੂੰ ਹੇਹਾ ਲੱਭਣਾ ਹੀ ਨਹੀਂ ਆਉਂਦਾ। ਮੈਂ ਅਕਸਰ ਕਹਿੰਦਾ ਵੀ ਉਹਦਾ ਕਸੂਰਵਾਰ ਉਹਦਾ ਮਾਲਕ ਹੈ ਜਿਹੜਾ ਉਹਨੂੰ ਲੱਭਣ ਨਹੀਂ ਡਿਆ। ਤੀਜਾ, ਜਦੋਂ ਚਲੋ ਉਹ ਹੇਹਾ ਲੱਭ ਲੈਂਦਾ, ਉਹਨੂੰ ਆਸ ਕਰਾਉਂਦਾ, ਉਹ ਟਾਈਮ ਸਿਰ ਨਹੀਂ ਲਵਾਉਂਦਾ ਜਾਂ ਉਹਦਾ ਮਾਹਰ ਨਹੀਂ ਹੈਗਾ। ਸੋ ਇਸ ਕਰਕੇ ਇੱਕ ਇਹ ਗੱਲ ਸੋਚੋ, ਇਹ ਜਾਨਵਰ ਦੀ ਜ਼ਰੂਰਤ ਨਹੀਂ ਹੈਗੀ ਬੱਚਾ ਪੈਦਾ ਕਰਨਾ, ਇਹ ਸਾਡੀ ਜ਼ਰੂਰਤ ਆ ਜਿਹੜਾ ਪਸ਼ੂ ਪਾਲਕ ਵੀਰ ਆ। ਕਿਉਂਕਿ ਹਰ ਬੰਦਾ ਕਹਿੰਦਾ ਮੈਂ ਡੰਗਰ ਦੁੱਧ ਲਈ ਰੱਖ ਕੇ ਬੈਠਾ ਜੀ, ਪਰ ਦੁੱਧ ਐਵੇਂ ਥੋੜ੍ਹੀ ਮਿਲ ਜੂਗਾ। ਡੰਗਰ ਸੂਹ ਤਾਂ ਦੁੱਧ ਦਊਗਾ ਨਾ, ਔਰ ਡੰਗਰ ਤਾਂ ਸੂਗਾ ਜੇ ਉਹਨੂੰ ਟੀਕਾ ਲੱਗੂਗਾ, ਆਸ ਹੋਏਗਾ, ਅਤੇ ਆਸ ਤਾਂ ਹੋਊਗਾ ਜੇ ਬੋਲੂਗਾ। ਆਪਾਂ ਉੱਥੋਂ ਕਿਉਂ ਨਹੀਂ ਸ਼ੁਰੂ ਹੋ ਜਾਂਦੇ? ਸੋ ਇਸ ਕਰਕੇ ਜਿਹੜੇ ਉਹਦੇ 'ਚ ਆਪਾਂ ਨੂੰ, ਔਰ ਸਭ ਤੋਂ ਵੱਡੀ ਸਾਡੀ ਮੁਸ਼ਕਿਲ ਇਹ ਆ ਨਿਕਲਦੀ ਕਿ ਅਸੀਂ ਜਾਨਵਰ ਤੋਂ ਪੁੱਛ ਨਹੀਂ ਸਕਦੇ ਨਾ ਵੀ ਤੈਨੂੰ ਕਸ਼ਟ ਕੀ ਹੈ। ਬਿਲਕੁਲ, ਉਹ ਤੇ ਆਪਾਂ ਉਹਦੇ ਪਸ਼ੂ ਪਾਲਕ ਵੀਰ ਤੇ ਉਹ ਤੋਂ ਅੰਦਾਜ਼ਾ ਲਾਵਾਂਗੇ। ਦੂਜਾ ਪਾਸਾ ਇਹ ਆ ਕਿ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਅਸੀਂ ਸਾਰੇ ਕਿੰਨੇ ਵਧੀਆ ਪਸ਼ੂ ਪਾਲ ਕੇ ਬੈਠੇ ਆ, ਕੁਛ ਕੁ ਹੈਗੇ ਵੀ ਆ, ਔਰ ਘਟੀਆ ਨੇ ਤੰਗ ਨਹੀਂ ਕਰਨਾ, ਕਿਉਂਕਿ ਘਟੀਆ ਨੇ ਕਿੰਨਾ ਕੁ ਬੋਝ ਪਏਗਾ ਉਹਦੇ 'ਤੇ ਦੁੱਧ ਦਾ, ਜਦੋਂ ਉਹਦੀ ਸੇਵਾ ਨਹੀਂ ਹੋਏਗੀ ਉਹ ਕੋਈ ਨਾ ਕੋਈ ਪੰਗਾ ਖੜਾ ਕਰ ਦੇਗੀ। ਮੈਂ ਕੁਛ ਜ਼ਿਮੀਂਦਾਰਾਂ ਨੂੰ ਪੰਜਾਬ ਨੂੰ ਜਾਣਦਾ ਜਿਨ੍ਹਾਂ ਨੇ ਅਵਾਰਾ ਡੰਗਰ ਫੜੇ ਔਰ ਉਹਨਾਂ ਨੇ ਟ੍ਰੇਨਿੰਗ ਲਈ, ਖੁਦ ਉਹ ਗਰਭਦਾਨ ਦਾ ਟੀਕਾ ਲਾਉਂਦੇ ਆ। ਅੱਜ ਕੱਲ੍ਹ ਉਹ ਟੌਪ ਦੇ ਡੇਅਰੀ ਫਾਰਮਰ ਆ। ਸੋ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ। ਉਹ ਕਿੱਲੇ ਦੇ ਇਰਦ ਗਿਰਦ ਦੇਖੋ ਕਿ ਤੁਹਾਡੇ ਉੱਥੇ ਕੀ ਸਮੱਸਿਆ ਕੀ ਹੈ, ਕਾਰਨ ਤੁਹਾਨੂੰ ਲੱਭਣਾ ਪਏਗਾ। ਤੇ ਡਾਕਟਰ ਸਾਹਿਬ, ਜਿਵੇਂ ਤੁਸੀਂ ਫਿਰਨ ਬਾਰੇ ਵਿਸਤਾਰਪੂਰਵਕ ਹੁਣੇ ਜਾਣਕਾਰੀ ਦਿੱਤੀ ਹੈ, ਤੇ ਇਹ ਫਿਰਨ ਦਾ ਪਸ਼ੂ ਪਾਲਕਾਂ ਨੂੰ ਕੋਈ ਫਾਇਦਾ ਜਾਂ ਨੁਕਸਾਨ ਵੀ ਹੈ? ਨਹੀਂ, ਫਿਰਨ ਦਾ ਨੁਕਸਾਨ ਹੀ ਹੈ ਜੀ, ਫਿਰਨ ਦਾ ਫਾਇਦਾ ਤਾਂ ਕੋਈ ਨਹੀਂ ਹੋਣਾ। ਪਹਿਲੀ ਗੱਲ ਤਾਂ ਇਹ ਹੈ, ਜੇ ਡੇਅਰੀ ਫਾਰਮ ਆਪਾਂ ਨੇ ਕਰਨਾ ਜੀ, ਇੱਕ ਤਾਂ ਸਾਨੂੰ ਇਹ ਧਿਆਨ 'ਚ ਰੱਖਣਾ ਪਊ, ਜਿਸ ਤਰ੍ਹਾਂ ਮੈਂ ਕਿਹਾ ਸੂਤ, ਇਹ ਸਾਡੇ ਇੱਕ ਹੁੰਦਾ ਕਿ ਹਰ ਭਰਿਆਇਆ ਹੋਣਾ ਚਾਹੀਦਾ। ਸਾਡਾ ਇੱਕ ਨਿਸ਼ਾਨਾ ਵਾ ਜੀ ਕਿ ਹਰ ਸਾਲ ਇੱਕ ਸੂਆ ਆਪਾਂ ਨੇ ਉਹ ਤੋਂ ਲੈਣਾ, ਪਰ ਫਿਰ ਵੀ 14 ਕੁ ਮਹੀਨੇ ਬਾਅਦ ਕਹਿ ਲਓ ਗਾਂ ਦੁਬਾਰਾ ਸੂਪੇ, ਅਤੇ 15-16 ਮਹੀਨੇ ਬਾਅਦ ਸਾਡੀ ਮੱਝ ਸੂਪੇ, ਕਿਉਂਕਿ ਮਹੀਨਾ ਤਾਂ ਉਹ ਵੈਸੇ ਹੀ ਫਾਲਤੂ ਰਹਿੰਦੀ ਹੈ। ਸੂਣ ਤੋਂ ਬਾਅਦ 2-4 ਮਹੀਨੇ 'ਚ ਆਸ ਹੋ ਜਾਏ, ਗਰਭ ਕਾਲ ਤਾਂ ਨਿਸ਼ਚਿਤ ਆ ਜੀ। ਇਸੇ ਤਰ੍ਹਾਂ ਜਿਹੜੀ ਅਸੀਂ ਪਹਿਲੇ ਸੂਏ ਝੋਟੀ ਜਾਂ ਬਹਿੜੀ ਪਾਲਦੇ ਹਾਂ, ਉਹ ਤਕਰੀਬਨ 2.5 ਸਾਲ ਦੀ ਬਹਿੜੀ, 3 ਸਾਲ ਦੀ ਝੋਟੀ, ਇਸ ਤੋਂ ਪਹਿਲਾਂ ਸੂਆ ਦੇ ਦੇ। ਕਿਉਂਕਿ ਸਾਡੇ ਇੱਕ ਜ਼ਿਮੀਂਦਾਰ ਕਹਿੰਦੇ ਸਾਡਾ ਕੀ ਖਾਂਦੀ ਹੈ ਜੀ,
ਭਾਈ ਤੁਹਾਡਾ ਖਾਂਦੀ ਹੈ, ਕਿਉਂਕਿ ਸਾਨੂੰ ਆਮਦਨ ਤੇ ਤਾਂ ਹੋਣੀ ਜੇ ਸੂ ਕੇ ਦੁੱਧ ਦਊਗੀ, ਜਦ ਉਹਨੇ ਸੂਣਾ ਨਹੀਂ, ਉਹਨੇ ਦੁੱਧ ਹੀ ਨਹੀਂ ਦੇਣਾ। ਦੂਜਾ ਸਾਡੇ ਕਈ ਵਾਰੀ ਇਹ ਹੁੰਦਾ ਜੀ, ਸਾਡੀ 4 ਸਾਲ ਦੀ ਹੋ ਗਈ ਆ ਜੀ, ਉਹ ਫਿਰ ਗਈ ਆ ਜੀ, ਉਹ ਰਹਿੰਦੀ ਨਹੀਂ। ਸਾਡਾ ਵਜਨ ਨਾਲ ਕੋਈ ਤਾਲੁਕ ਨਹੀਂ, ਉਮਰ ਨਾਲ ਕੋਈ ਹਿਸਾਬ ਨਹੀਂ ਸਾਡਾ। ਸੋ ਆਪਾਂ ਨੂੰ ਚਾਹੀਦਾ ਕਿ ਦੋ ਚੀਜ਼ਾਂ 'ਚ ਬੈੜੀ 'ਚ ਖਾਸ ਕਰਕੇ ਤਾਲਮੇਲ ਬਿਠਾਉਣਾ, ਵੀ ਉਹ 2.5-3 ਕੁਆਂਟਲ ਦੀ ਹੋਵੇ ਤੇ 2.5-3 ਸਾਲ ਤੋਂ ਪਹਿਲਾਂ ਸੂਆ ਦੇ ਆਸ ਹੋਣ ਮੌਕੇ 2.5-3 ਕੁਆਂਟਲ, ਸੂਣ ਮੌਕੇ 2.5-3 ਸਾਲ। ਇਹ ਝਟਕਾ ਜਿਹਾ ਇੱਕ ਫਾਰਮੂਲਾ ਯਾਦ ਰੱਖੋ। ਦੂਜਾ ਜਿਹੜਾ ਤੁਸੀਂ ਕਹਿੰਦੇ ਨਫਾ ਨੁਕਸਾਨ, ਦੇਖੋ ਜੀ, ਜੇ ਆਪਾਂ ਉਹ ਸੂਆ ਭੰਨਦੀ ਆ, ਪਹਿਲੀ ਗੱਲ ਤੇ ਉਹਨੇ ਸੂਏ ਜ਼ਿੰਦਗੀ 'ਚ ਘੱਟ ਦਊਗੀ, ਜਿੰਨੇ ਸੂਏ ਘੱਟ ਉਹਨੇ ਸੂਆਂ ਦਾ ਦੁੱਧ ਘੱਟੂ। ਸਭ ਤੋਂ ਵੱਡੀ ਇੱਕ ਵਾਹਿਦ ਧੰਦਾ ਜੀ, ਜਦ ਸੂਗੀ ਇੱਕ ਕੱਟੀ ਬੱਚੀ 2 ਸੂਆਂ 'ਚ ਇੱਕ ਤੇ ਰਲੂਗੀ ਨਾ, ਉਹ ਬੱਚੇ ਵੀ ਘੱਟ ਪੈਦਾ ਕਰੇਗੀ। ਹੁਣ ਮੈਂ ਤੁਹਾਨੂੰ ਇੱਕ ਬਾਈਏ ਦਾ ਹਿਸਾਬ ਦੇ ਰਿਹਾ, ਜਿਹੜਾ ਸਾਡਾ ਜ਼ਿਮੀਦਾਰ ਜੇ ਆਮਦਨ ਨਹੀਂ ਬਤਾ ਸਕਦੇ, ਖਰਚੇ ਤੇ ਘਟਾ ਲਈਏ। ਜੇ ਇੱਕ ਬਾਈਆ 22 ਦਿਨ ਦਾ 21 ਦਿਨ ਦਾ ਆਪਾਂ ਕਹਿੰਦੇ ਆ, ਜੇ ਇੱਕ ਬਾਈਆ ਉਹ ਮਿਸ ਕਰ ਗਈ, ਫਿਰ ਗਈ, ਦੁਬਾਰਾ ਆਸ ਨਹੀਂ ਲੱਗੀ। ਜੇ 40 ਕਿਲੋ ਵੀ ਪੱਠੇ ਪਾਉਣੇ, 8 ਕੁਇੰਟਲ ਤੇ ਪੱਠੇ ਖਾ ਗਈ ਹਰੇ। ਜੇ ਉਹਨੂੰ 3 ਕਿਲੋ ਤੂੜੀ ਪਾਉਣੇ, 50-60 ਕਿਲੋ ਤੂੜੀ ਅੱਜ ਕੱਲ੍ਹ ਕਿੰਨੀ ਮਹਿੰਗੀ ਹੈ। ਜੇ 2-2.5 ਕਿਲੋ ਦਾਣਾ ਪਾਉਣੇ, 50 ਕਿਲੋ ਦਾਣਾ ਖਾ ਗਈ ਤੇ ਮਿਲੀ ਫੁੱਟੀ ਕੌਡੀ ਨਹੀਂ। ਸੋ ਨੁਕਸਾਨ ਤੇ ਆਪੇ ਹੋ ਗਿਆ। ਸੋ ਇਸ ਕਰਕੇ ਸਾਨੂੰ ਇਹ ਜਿਹੜਾ ਵੀ ਆਪਾਂ ਉਹਦਾ ਨਫਾ ਨੁਕਸਾਨ ਇਹ ਦੇਖਣਾ ਚਾਹੀਦਾ। ਇਹ ਨਹੀਂ ਵੀ ਸਾਡਾ ਜੋ ਸਾਨੂੰ ਕੀ ਲੱਗੂ, ਕੋਈ ਕਹਿੰਦਾ ਕੱਟੇ ਨੂੰ ਲੱਗੂ। ਸੋ ਇਹ ਸਾਰੀਆਂ ਗੱਲਾਂ ਛੱਡ ਕੇ ਦੁਨੀਆ ਚਾਂਦ ਤੇ ਪਹੁੰਚ ਗਈ ਆ। ਆਪਾਂ ਗਿਆਨ, ਧਿਆਨ, ਸਮਾਨ, ਇਹ 3 ਚੀਜ਼ਾਂ ਵੱਲ ਧਿਆਨ ਦੇਣਾ ਤਾਂ ਕਿ ਸਾਡਾ ਸਾਰਾ ਕੁਝ ਵਧੀਆ ਹੋਏ, 4 ਕੌਡਾ ਸਾਡੇ ਖੀਸੇ 'ਚ ਪੈ ਜਾਣ। ਸੋ ਨਹੀਂ ਤਾਂ ਜੇ ਡੰਗਰ ਤੁਹਾਨੂੰ ਖਾ ਜਾਏਗਾ। ਤੇ ਕਿਸਾਨ ਵੀਰੋ, ਡਾਕਟਰ ਸਾਹਿਬ ਨੇ ਬੜੀ ਵਧੀਆ ਗੱਲ, ਫਾਰਮੂਲਾ ਬੜਾ ਵਧੀਆ ਦੱਸਿਆ। ਤੇ 3 ਜਿਹੜੀਆਂ ਗੱਲਾਂ ਨੇ, ਗਿਆਨ, ਧਿਆਨ ਤੇ ਸਮਾਨ, ਇਹਨਾਂ ਦਾ ਧਿਆਨ ਜ਼ਰੂਰ ਤੁਸੀਂ ਰੱਖਣਾ ਹੈ। ਤੇ ਡਾਕਟਰ ਸਾਹਿਬ, ਇੱਥੇ ਜੇ ਉਹ ਜੋ ਪਸ਼ੂ ਹੈ ਉਹ ਫਿਰੇ ਹੀ ਨਾ, ਉਹ ਫਿਰ ਪਸ਼ੂ ਪਾਲਕ ਸੰਭਾਲ ਪਹਿਲਾਂ ਹੀ ਕਿਵੇਂ ਕਰੇ ਕਿ ਇਹ ਸਮੱਸਿਆ ਹੀ ਨਾ ਹੋਵੇ? ਦੇਖੋ ਜੀ, ਮੈਂ ਤੁਹਾਨੂੰ ਪਹਿਲੀ ਗੱਲ ਕਹੀ ਹੈ ਵੀ ਜਾਨਵਰ ਉਹੀ ਉਹ ਕਿੱਲੇ ਦੇ ਇਰਦ ਗਿਰਦ ਕੋਈ ਸਮੱਸਿਆ ਖੜੀ ਕੀਤੀ। ਅਸੀਂ ਪਹਿਲੀ ਗੱਲ ਤੇ ਆਪਾਂ ਇਸ ਜਾਨਵਰ ਨੂੰ ਜਦੋਂ ਗੱਭਣ ਹੁੰਦਾ, ਇੱਕ ਥਾਂ ਤੋਂ ਫੜਨਾ ਪਏਗਾ ਨਾ। ਸੋ ਗੱਭਣ ਹੁੰਦਾ, ਆਪਾਂ ਅਕਸਰ ਉਹ ਸਾਡੀ 2 ਸਮੱਸਿਆ, ਮੱਝ ਦੁੱਧੋਂ ਭੱਜ ਜਾਂਦੀ ਹੈ, ਅਸੀਂ ਕਹਿੰਦੇ ਆ ਵੀ ਇਹਨੂੰ ਝੂਠ ਤੇ ਲਾ ਦਿਓ, ਹੁਣ ਕਿਹੜਾ ਦੁੱਧ ਦਿੰਦੀ ਹੈ। ਦੂਜੀ ਸਮੱਸਿਆ ਸਾਡੀ ਗਾਂ ਦੀ ਹੈ, ਉਹ ਦੁੱਧ ਦੇਈ ਜਾਂਦੀ, ਖਾਸ ਕਰਕੇ ਬਲੈਤੀ ਇਹ ਚੋਈ ਜਾਂਦੇ, ਬੜੀ ਟੌਰ ਮਾਰਦੇ, ਰਾਤੀ ਚੋਈ ਸਵੇਰੇ ਸੂਪੀ ਜੀ। ਸੋ ਉਹ ਦੋਨਾਂ ਗੱਲਾਂ 'ਚ ਨੁਕਸਾਨ ਆ। ਜੇ ਤੁਸੀਂ ਉਹਦੀ ਪਹਿਲਾਂ ਸੇਵਾ ਨਹੀਂ, ਕਿ ਉਹਨੇ ਬੱਚਾ ਪਾਲਣਾ, ਉਹਨੇ ਆਉਣ ਵਾਲੇ ਸੂਏ ਲਈ ਤਿਆਰ ਹੋਣਾ, ਖਰਿਆ ਪੂਰਾ ਕਰਨਾ। ਜੇ ਉਹ ਪੂਰਾ ਨਹੀਂ ਕਰੇਗੀ ਤੇ ਆਉਣ ਵਾਲੇ ਸੂਏ ਉਹ ਫਿਰ ਸਮੱਸਿਆ ਸਾਨੂੰ ਖੜੂ, ਕਿਉਂਕਿ 1.5 ਮਹੀਨਾ ਸੂਣ ਤੋਂ ਬਾਅਦ ਦੁੱਧ ਨੇ ਵਧਣਾ ਵਾ, ਭਾਰ ਨੇ ਘਟਣਾ ਵਾ। ਉਹ ਤੇ ਸਾਡਾ ਜ਼ੋਰ ਨਹੀਂ, ਇੱਕ ਬੰਦਿਸ਼ ਹੁੰਦੀ, ਉਦੋਂ ਜ਼ਿਆਦਾ ਖਾ ਨਹੀਂ ਸਕਦਾ। ਇਹ ਪੱਥਰ ਤੇ ਲੀਕ ਆ ਜੀ, ਕਿ ਜਿੰਨਾ ਚਿਰ ਨਿਕਲ ਜੀ ਉਹ ਭਾਰ ਖਰਦਾ ਵਾ, ਘਟਦਾ ਵਾ, ਉਹ ਦੁਬਾਰਾ ਨਹੀਂ ਬੋਲੂਗਾ। ਉਹ 2 ਮਹੀਨੇ ਘਾਟ ਜਾ, 3 ਮਹੀਨਾ, ਮੈਂ ਪਹਿਲਾਂ ਕਿਹਾ 2 ਤੋਂ 4 ਮਹੀਨੇ 'ਚ ਗੱਭਣ ਹੋ ਜਾਣਾ ਚਾਹੀਦਾ। ਸੋ ਉਹ 1.5 ਮਹੀਨਾ ਤਾਂ ਤਕਰੀਬਨ ਸਾਡੀ ਜਿਹੜੀ ਆ ਪੂਰੇ ਭਰ ਜੋਬਨ 'ਚ ਆਉਂਦਾ ਵਾ, ਉਹਨਾਂ 'ਚ ਤੇ ਜ਼ੋਰ ਨਹੀਂ। ਸੋ ਇਹ ਇੱਕ ਸੂਣ ਤੋਂ ਪਹਿਲਾਂ ਉਹਨੂੰ ਦੱਬ ਕੇ ਸੇਵਾ ਕਰ ਦਿਓ। ਲੋਕੀ ਲੇਟੀ ਪਾਈ ਜਾਂਦੇ ਆ, ਕੋਈ ਐਵੇਂ, ਉਹ ਸੂਣ ਤੋਂ ਬਾਅਦ ਪਾ ਲਓ। ਪਹਿਲਾਂ ਕੋਈ ਉਹਨੂੰ ਗੱਭਣ ਵਾਲਾ ਇੱਕ ਵਧੀਆ ਫਾਰਮੂਲਾ ਅਸੀਂ ਦਿੰਦੇ ਆ। ਸੋ ਉਹ ਫੀਡ ਦੇਣੀ ਚਾਹੀਦੀ, ਕਮ ਸੇ ਕਮ 2 ਮਹੀਨੇ ਦੁੱਧੋਂ ਛੱਡ ਦਿਓ, ਉਹਨੂੰ ਘੱਟੋ ਘੱਟ 2-3 ਕਿਲੋ ਦਾਣਾ ਤੇ ਪਾਓ, ਰੱਜਵੇਂ ਪੱਠੇ ਪਾਓ। ਉਸ ਤੋਂ ਬਾਅਦ ਸੂ ਪਿਆ, ਫਿਰ ਅਸੀਂ ਖਿੱਚ ਧੂ ਕਰ ਦਿੰਦੇ। ਉਹ ਕਿਸੇ ਕੁਦਰਤੀ ਕਿਰਿਆ ਅਧੀਨ ਹੋਇਆ। ਬੱਚਾ ਜੇਰ ਨਾਲ ਜੁੜਿਆ ਵਾ, ਜੇਰ ਬੱਚੇ ਦਾ ਨਹੀਂ ਨਾ ਚੁੱਲੀ, ਸਾਰਾ ਟੱਬਰ ਉਹਨੂੰ ਬੱਚੇ ਨੂੰ ਖਿੱਚਣ ਡਿਆ ਹੁੰਦਾ, ਉਹ ਪਿੱਛਾ ਨਿਕਲ ਆਉਂਦਾ, ਜਾਂ ਪਹਿਲਾਂ ਵੱਜ ਜੂ ਜਾਂ ਬਾਅਦ 'ਚ ਵੱਜ ਜੂਗਾ। ਔਰ ਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ਕੱਟੇ, ਐਵੇਂ ਤਾਂ ਨਹੀਂ ਕਹਿਣ ਡਏ। ਸੋ ਜੇ ਤੁਸੀਂ ਉਹਦੇ ਮੌਕੇ 'ਤੇ ਹਾਜ਼ਰ ਨਹੀਂ ਗਿਆ ਤੇ ਜੇਰ ਜਾਨਵਰ ਖਾ ਜੂਗਾ, ਉਹ ਮੁੜ ਕੇ ਹਫ਼ਤਾ 10 ਦਿਨ ਪੱਠੇ ਨਹੀਂ ਖਾਊਗਾ। ਜਿਹੜਾ ਪੰਗਾ ਨਾ ਸੂਣ ਮੁੱਕੇ ਨਿਕਲ ਜੀ ਪੈ ਗਿਆ, ਉਹ ਪੂਰਾ ਸੂਆ ਨਹੀਂ ਲੇਟ ਹੋਣਾ। ਤੇ ਪੂਰਾ ਸੂਆ ਫਿਰ ਇਹੀ ਕੁਛ ਹੋਣਾ, ਜਾਂ ਦੁੱਧ ਘੱਟ ਜੂ, ਜਾਂ ਬੋਲੂ ਨਹੀਂ, ਜਾਂ ਠਹਿਰੂ ਨਹੀਂ। ਉਸ ਤੋਂ ਬਾਅਦ ਉਹ ਜੇਰ ਫਸ ਗਈ। ਫਿਰ ਇੱਕ ਉਹ ਹੁੰਦਾ ਵੀ ਅਸੀਂ ਸਿਆਣੇ ਤੋਂ ਇਲਾਜ ਕਰਾ ਲਿਆ, ਵੀ ਡਾਕਟਰ ਕੋਲ ਚੱਲ ਜਾਓ, ਵੀ ਮਾੜੇ ਮੋਟੇ ਸਿਆਣੇ ਪੈਦਾ ਕੀਤੇ ਆ ਅਸੀਂ। ਫਿਰ ਉਹ ਨੀਮ ਕੀਮੀ ਟੋਟ ਕੇ ਜਾਂ ਕੋਈ ਅਪਣਾਈ ਜਾਂਦੇ, ਉਹ ਫਿਰ ਘੜੀ ਦਾ ਖੁੰਝਾ ਕੋਹਾਂ 'ਤੇ ਪੈਂਦਾ। ਉਸ ਤੋਂ ਬਾਅਦ ਇੱਕ ਰਾਸ਼ਨ ਆ, ਦੇਖੋ ਜੀ, ਇਨਸਾਨ ਤੇ ਭਲਵਾਨ ਦੀ ਖੁਰਾਕ 'ਚ ਫਰਕ ਹੁੰਦਾ। ਜੇ 5 ਕਿਲੋ ਵਾਲੇ ਨੂੰ ਵੀ ਉਹੀ ਪਾਉਣੀ ਹੈ ਤੇ 20 ਕਿਲੋ ਵਾਲੇ ਨੂੰ ਤਾਂ ਪੰਗਾ ਤਾਂ ਖੜਾ ਹੋਊਗਾ। ਸੋ ਹਰ ਇੱਕ ਅਸੀਂ ਆਪੋ ਆਪਣਾ ਜਿਹੜਾ ਫੀਡ ਦਾ ਫਾਰਮੂਲਾ ਬਣਾਉਂਦੇ ਆ, ਉਹ ਹੋਣਾ। ਦੂਜਾ, ਹੁਣ ਇੱਕ ਆਮ ਹੁੰਦਾ ਵੀ ਕਿੱਥੋਂ ਦੁੱਧ ਭਾਲਦਾ, ਪਾ ਕੇ ਕੜਬ ਤੇ ਟਾਂਡੇ। ਹੁਣ ਲੋਕੀ ਪਰਾਲੀ ਪਾਈ ਜਾਂਦੇ ਆ ਜਾਂ ਤੂੜੀ ਪਾਈ ਜਾਂਦੇ, ਤੇ ਫਿਰ ਹੁਣ ਉਹਨਾਂ ਦੁੱਧ, ਇਹ ਤਾਂ ਇਹੀ ਕੁਛ ਹੋਣਾ ਨਾ, ਜਦ ਉਹਦੇ ਤੇ ਬੋਝ ਪੈਣਾ। ਇੱਕ ਪੱਥਰ ਤੇ ਲੀਕ, ਇੱਕ ਇਹ ਵੀ ਦੂਜੀ ਗੱਲ ਆ ਕਿ ਜਦੋਂ ਕੋਈ ਵੀ ਬੋਝ ਪੈ ਗਿਆ ਜਾਨਵਰ ਤੇ, ਇਹ
ਪ੍ਰਜਨਨ ਕਿਰਿਆ ਬੋਲਣ ਠਹਿਰਨ ਵਾਲਾ ਸਿਸਟਮ ਪਹਿਲਾ ਸਿਸਟਮ ਆ ਜਿਹਨੇ ਬੰਦ ਹੋ ਜਾਣਾ। ਸੋ ਇਸ ਕਰਕੇ ਆਪਾਂ ਨੂੰ ਉਹਨੂੰ ਪੂਰਾ 40 ਕਿਲੋ ਹਰਾ ਪੱਠਾ ਤੇ ਜਿੰਨਾ ਦੁੱਧ ਆ ਉਹਦੇ ਹਿਸਾਬ ਨਾਲ ਫੀਡ ਵਧੀਆ, ਜਿੱਦਾਂ ਦਾ ਪਸ਼ੂ ਆ 20 ਕਿਲੋ 30 ਕਿਲੋ ਉਸ ਤਰ੍ਹਾਂ ਦੀ ਫੀਡ ਪਾਉਣੀ ਚਾਹੀਦੀ ਆ। ਧਾਤਾਂ ਦਾ ਚੂਰਾ ਉਹਦੇ 'ਚ ਲਾਜ਼ਮੀ ਹੋਣਾ ਚਾਹੀਦਾ। ਮਤਲਬ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਹਨ, ਅਣਗਹਿਲੀਆਂ ਨਾ ਕਰੋ, ਬਸ ਜੋ ਗੱਲਾਂ ਕਹੀਆਂ ਨੇ ਉਸ ਦਾ ਧਿਆਨ ਕਰੋ। ਡਾਕਟਰ ਸਾਹਿਬ, ਪਸ਼ੂ ਪਾਲਕਾਂ ਦੇ ਮਨਾਂ ਵਿੱਚ, ਕਿਸਾਨ ਵੀਰਾਂ ਦੇ ਮਨਾਂ ਵਿੱਚ ਕਈ ਸਵਾਲ ਹੋਣਗੇ, ਉਹ ਸਵਾਲ ਵੀ ਅਸੀਂ ਲਵਾਂਗੇ ਬਸ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਤੇ ਸਾਡੇ ਨਾਲ ਡਾਕਟਰ ਰਣਜੋਧਨ ਸਿੰਘ ਸਹੋਤਾ ਸਾਹਿਬ ਨੇ। ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਅਵਾਰਾ ਪਸ਼ੂ ਰਿਪੀਟ ਬਰੀਡਿੰਗ ਦੀ ਇੱਕ ਚੁਣੌਤੀ, ਜਿਸ ਬਾਰੇ ਹੁਣ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਨੇ ਉਹ ਅਸੀਂ ਡਾਕਟਰ ਸਾਹਿਬ ਤੱਕ ਪਹੁੰਚਾਵਾਂਗੇ। ਤੇ ਪਹਿਲੇ ਕਾਲਰ ਡਾਕਟਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ, ਕਿੱਥੋਂ ਬੋਲ ਰਹੇ ਹੋ? ਪਹਿਲੇ ਆਪਣਾ ਨਾਂ ਤੇ ਜਿੱਥੋਂ ਬੋਲ ਰਹੇ ਹੋ ਉਹ ਦੱਸੋ। हाँ सर जी, मैं बादल सिंह बोल रहा हूँ, पिंड अकलिया तो जिला मानसा तो। ਜੀ ਜੀ, ਆਪਣਾ ਸਵਾਲ ਪੁੱਛੋ। हाँ जी डॉक्टर साहब जी, साडा सवाल ये है जी, जिवें पिंडां दे विच रिपीट हुंदे ने पशु ज़्यादा जी, ਉਹਨਾਂ ਨੂੰ ਹਰਾ ਪੱਠਾ ਤੇ ਫੀਡ ਦੀ ਕਿਹੜੇ ਫਲੋਟ ਦੇ ਕਿਹੜੀ ਮਾਤਰਾ ਦੇ ਵਿੱਚ ਦੇਣੀ ਚਾਹੀਦੀ ਹੈ, ਉਹਦੇ ਬਾਰੇ ਦੱਸੋ ਜੀ ਸਾਨੂੰ। ਜੀ ਹਾਂਜੀ, ਜਿਸ ਤਰ੍ਹਾਂ ਦੇਖੋ ਡੇਅਰੀ ਫਾਰਮ, ਇਹਨਾਂ ਨੇ ਜਿਹੜਾ ਸਵਾਲ ਪੁੱਛਿਆ, ਡੇਅਰੀ ਫਾਰਮ 'ਚ ਜੇ ਤੁਸੀਂ ਕਰਨਾ 3 ਚੀਜ਼ਾਂ ਦੇਖੋ, ਤੁਹਾਨੂੰ ਵਧੀਆ ਹਰਾ ਚਾਰਾ ਗਾਣਾ ਪਊਗਾ, ਵਧੀਆ ਦਾਣਾ ਪਾਉਣਾ ਪਊਗਾ ਔਰ ਵਧੀਆ ਦੁੱਧ ਪੈਦਾ ਕਰਨ ਨੂੰ। ਇਹ 3 ਜ਼ਰੂਰਤ ਆ। ਸਾਡੀ ਇੱਕ ਜ਼ਿਮੀਂਦਾਰਾਂ ਨੂੰ ਸਿੱਧੀ ਜੀ ਸਿਫਾਰਿਸ਼ ਆ ਕਿ ਹਰਾ ਚਾਰਾ ਜਿਸ ਤਰ੍ਹਾਂ ਬਾਕੀ ਫਸਲਾਂ 'ਚ ਕਾਸ਼ਤ ਕਰਦੇ, ਇਸ ਤਰ੍ਹਾਂ ਹੀ ਸਾਰੇ ਢੰਗ ਤਰੀਕੇ ਅਪਣਾ ਕੇ ਆਪਾਂ ਹਰੇ ਚਾਰੇ ਦੀ ਕਾਸ਼ਤ ਕਰੀਏ। 5 ਪਸ਼ੂਆਂ ਪਿੱਛੇ 1 ਏਕੜ ਵੱਧ ਤੇ ਵਧੀਆ ਹਰਾ ਚਾਰਾ ਪੂਰਾ ਹੋ ਜਾਂਦਾ ਵਾ। 5 ਪਸ਼ੂ 1 ਏਕੜ ਤੇ ਪਾਲ ਸਕਦੇ ਹੋ। ਸੋ ਡੰਗਰ ਓਨੇ ਕੀ ਰੱਖੋ ਜੀ ਜਿੰਨੇ ਕੁ ਤੁਸੀਂ ਪਾਲ ਸਕਦੇ। ਐਵੇਂ ਕਵਾੜ ਇਕੱਠਾ ਕੀ ਕਰਨਾ। ਮੁਰਗੀ ਦੇ ਓਨੇ ਕੀ ਚੂਚੇ ਉਹਦੇ ਹੁੰਦੇ ਆ ਜਿੰਨੇ ਕੁ ਉਹਦੇ ਖੰਭਾਂ ਥੱਲੇ ਆ, ਬਾਕੀ ਤਾਂ ਐਵੇਂ ਖਲਾਰਾ ਪਾਉਣ ਦੀ ਗੱਲ ਆ। ਸੋ ਇਸ ਕਰਕੇ ਦੂਜੀ ਇਹਨਾਂ ਨੂੰ ਇਹ ਆ ਕਿ ਮੇਰੀ ਸਮੱਸਿਆ ਕਿ ਲੋਕੀ ਇੱਕ ਵਾਰੀ ਬੀਜ ਦਿੰਦੇ, ਜਿੱਦਾਂ ਗਰਮੀਆਂ 'ਚ ਖਾਸ ਕਰਕੇ 12 ਇੱਕ ਦਿਨ ਬੀਜਤਾ, ਚਰੀ ਬੀਜਤੀ, ਉਹ ਜਦ ਚਾਰਨਾ ਸ਼ੁਰੂ ਕਰਦੇ ਉਹ ਫੁੱਟ ਹੁੰਦਾ, ਲਹਿਰਾ ਮੋਕ ਲਾ ਦਿੰਦਾ, ਫਾਰਾ ਪਾ ਦਿੰਦਾ, ਜਾਂ ਅਖੀਰ 'ਚ ਡਾਂਗਾ ਵਰਗੀ ਚਰੀ ਜਾਂ ਬਾਜਰਾ ਹੋਊਗਾ। ਔਰ ਬਾਜਰੇ 'ਚ ਇੱਕ ਬਹੁਤ ਵਧੀਆ ਮੈਂ ਤੁਹਾਨੂੰ ਹਰੇ ਚਾਰੇ ਬਾਰੇ ਦੱਸਦਾ ਕਿ ਹਰਾ ਚਾਰਾ ਚਰੀ ਜਦੋਂ ਦੁੰਬ ਨਿਕਲ ਜਾਏ, ਦੋਧਾ ਪੈ ਜਾਏ, 15-20 ਦਿਨ ਚਰੀ ਚਾਰ ਸਕਦੇ ਹੋ। ਮੱਕੀ ਗੰਢ ਫੁੱਟ ਜਾਏ ਤੇ ਤੁਸੀਂ ਜਦ ਦੋਧਾ ਪੈ ਜਾਏ ਇਹ ਚਾਰ ਸਕਦੇ ਹੋ। ਬਾਜਰਾ ਜਦ ਗੋਭ 'ਚ ਸਿੱਟਾ ਅੱਧ ਪਚੱਦੇ ਸਿੱਟੇ, ਇੰਨੇ ਚਿਰ ਬਾਜਰੇ ਦੀ ਇੱਕ ਬਹੁਤ ਵਧੀਆ, ਸਾਡੀ ਮੱਝਾਂ ਦਾ ਸੂਆ ਪੈਂਦਾ ਵੀ ਬਰਸਾਤ 'ਚ, ਉਦੋਂ ਬਾਜਰਾ ਤੇ ਜੇ ਪੱਕਾ ਬਾਜਰਾ ਚਿਪਚਿਪੇ ਜੇ ਸਿਰੇ ਉਹ ਸਿੱਟਿਆਂ ਵਾਲਾ ਪਾ ਦੋਗੇ, ਤੁਹਾਡਾ ਬਣਿਆ ਬਣਾਇਆ ਖੇਲ ਖਰਾਬ ਹੋ ਜੂ। ਤੁਹਾਡੇ ਖਾਸਾ ਤਾਦਾਦ 'ਚ ਜਾਨਵਰ ਬੱਚਾ ਛੁੱਟ ਜਾਣਗੇ। ਔਰ ਜੇ ਬੱਚਾ ਸੁੱਟਦੇ ਉਹਨਾਂ ਵੀ ਰਿਪੀਟ ਹੁੰਦੇ ਆ, ਕਿਉਂਕਿ ਸਾਡਾ ਜਦੋਂ ਉਹਨੇ ਬੱਚਾ ਹੀ ਸੁੱਟੀ ਜਾਣਾ ਤੇ ਸਾਨੂੰ ਕੀ ਮਿਲੇਗਾ, ਲੋਕੀ ਫਿਰ ਛੱਡ ਦਿੰਦੇ ਜੀ। ਹਾਲਾਂਕਿ ਮੱਝ 'ਚ ਉਹ ਸਮੱਸਿਆ ਨਹੀਂ ਹੈਗੇ। ਸੋ ਕਿਰਪਾ ਕਰਕੇ 5 ਪਸ਼ੂਆਂ ਵਿੱਚ ਵੱਧ ਵਧੀਆ ਹਰਾ ਚਾਰਾ। ਦੂਜਾ, ਡੰਗਰ ਨਾਲ ਕਿਸ ਤਰ੍ਹਾਂ ਦਾ ਪਿਆਰ ਕਰੋ, ਜੇ ਉਹਦੀ ਥਾਂ ਤੇ ਤੁਸੀਂ ਵਜੇ ਤੁਹਾਨੂੰ ਕੀ ਚਾਹੀਦਾ। ਕਈ ਕਹਿੰਦੇ ਗੋਭੀ ਤੇ ਡੰਡਲ ਨਹੀਂ ਖਾਂਦਾ, ਵੀ ਤੁਸੀਂ ਸਰ ਪੱਕੇ ਕਿਹੜਾ ਖਾ ਜਾਗੇ। ਸੋ ਦੂਜਾ ਜਿਹੜੇ ਸਮੱਸਿਆ ਹੈਗੀ ਆ, ਤੁਸੀਂ ਦਾਣੇ ਦੀ ਗੱਲ ਪੁੱਛੀ ਆ, ਸਾਡਾ ਇੱਕ ਸਿੱਧਾ ਜਿਹਾ ਸਿਫਾਰਿਸ਼ ਆ, ਰਾਜਮਾ ਹਰਾ ਚਾਰਾ ਪਾ ਦਿਓ। ਜ਼ਿਮੀਦਾਰ ਹਿਸਾਬ ਰੱਖ ਨਹੀਂ ਸਕਦਾ ਯੂਨੀਵਰਸਿਟੀ ਦਾ, 3 ਕਿਲੋ ਪਿੱਛੇ ਮੱਝ ਨੂੰ 1 ਕਿਲੋ ਦਾਣਾ ਪਾ ਦਿਓ, 4 ਕਿਲੋ ਪਿੱਛੇ ਗਾਂ ਨੂੰ 1 ਕਿਲੋ ਦਾਣਾ ਪਾ ਦਿਓ। ਝਟਕਾ ਜਿਹਾ ਫਾਰਮੂਲਾ, ਕਿਉਂਕਿ ਗਾਂ 'ਚ ਫੈਟ ਘੱਟ ਹੁੰਦੀ ਆ, ਮੱਝ 'ਚ ਜ਼ਿਆਦਾ ਹੁੰਦੀ, ਉਹ ਫੈਟ ਕਰਕੇ ਥੋੜ੍ਹਾ ਜਿਹਾ ਪਰ ਦਾਣਾ ਵਧੀਆ ਪਾਓ। ਦੂਜੀ ਸਮੱਸਿਆ ਇਹ ਆ ਵੀ ਹੁਣ ਆ ਬਰਸਾਤ ਲੰਘ ਕੇ ਗਈ ਹੈ ਜਾਂ ਹੁਣ ਪੈ ਗਈ ਹੈ, ਲੋਕੀ ਬੋਰੀ ਥੱਲੇ ਰੱਖ ਦੇਣਗੇ, ਮੁੜ ਕੇ ਉਹਨੂੰ ਉੱਲੀ ਲੱਗ ਜਾਏਗੀ, ਉਹ ਕੋਈ ਨਾ ਕੋਈ ਪੰਗਾ ਖੜਾ ਕਰ ਦੂਗੀ, ਫਿਰ ਗਾਲਾਂ ਆਪਾਂ ਫੀਡ 'ਤੇ ਤੋੜਾ ਝਾੜ ਦਿੰਦੇ। ਕਿਉਂਕਿ ਹਮੇਸ਼ਾ ਜ਼ਿਮੀਦਾਰ ਸਮੱਸਿਆ ਫੀਡ ਦੀ ਦੱਸੂਗਾ ਵੀ ਇੱਥੇ ਕਿਉਂਕਿ ਉੱਥੇ ਉਹਦੇ ਪੈਸੇ ਲੱਗਦੇ ਆ। ਡਾਕਟਰ ਸਾਹਿਬ, ਬਹੁਤ ਹੀ ਵਿਸਤਾਰਪੂਰਵਕ ਤੁਸੀਂ ਜਾਣਕਾਰੀ ਦਿੱਤੀ। ਹੁਣ ਅਗਲੇ ਪਸ਼ੂ ਪਾਲਕ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਨਾਂ ਰੇਸ਼ਮ ਸਿੰਘ ਜੀ, ਪਿੰਡ ਮੇਰਾ ਰੁੜਕੀ ਖਾਸ ਹੈ ਜੀ, ਤਹਿਸੀਲ ਗੜ੍ਹਸੰਘ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚੋਂ ਬੋਲਦਾ ਜੀ। ਰੇਸ਼ਮ ਜੀ, ਆਪਣਾ ਸਵਾਲ ਪੁੱਛੋ। ਮੇਰਾ ਸਵਾਲ ਹੈ ਡਾਕਟਰ ਸਾਹਿਬ ਨੂੰ ਜੀ, ਵੀ ਜਿਹੜੀਆਂ ਪਸ਼ੂ ਮੱਝਾਂ ਜਾਂ ਗਊਆਂ ਤਾਰਾਂ ਥੋੜ੍ਹੀਆਂ ਥੋੜ੍ਹੀਆਂ ਦੇਈ ਜਾਂਦੀਆਂ, ਉਹ ਬੋਲਦੀਆਂ ਨਹੀਂ ਖੁੱਲ੍ਹ ਕੇ, ਉਹਨਾਂ ਦਾ ਕੀ ਕਾਰਨ ਹੈ ਜੀ? ਠੀਕ ਹੈ, ਇਹਨਾਂ ਦਾ ਬੜਾ ਵਾਜਬ ਸਵਾਲ ਹੈ ਇਹ। ਮੰਨ ਲਓ ਅਕਸਰ ਲੋਕੀ ਜਦੋਂ
ਡੇਅਰੀ ਫਾਰਮ ਨਾਲ ਗੱਲ ਕਰਦੇ ਆ ਜੀ, ਉਹ ਦੋ ਹੀ ਗੱਲਾਂ ਕਹਿੰਦੇ, ਮੱਝ ਬੋਲਦੀ ਨਹੀਂ, ਗਾਂ ਠਹਿਰਦੀ ਨਹੀਂ, ਇਹੀ ਸਾਡਾ ਹਿਸਾਬ ਕਿਤਾਬ ਆ। ਗਾਈਆਂ 'ਚ ਲੋਕੀ ਮਤਲਬ ਠਹਿਰਦੀ ਨਹੀਂ ਜੀ, ਜ਼ਿਆਦਾ ਕਰਦੇ ਫਿਰ ਜਾਂਦੀ ਹੈ। ਸੋ ਗਾਂ 'ਚ ਦੇਖੋ ਜੀ, ਸਾਨੂੰ ਇੱਕ ਨਿਸ਼ਾਨੀ ਚਾਹੀਦੀ ਆ। ਅੜੰਬਣਾ ਡੰਗਾ ਅੱਗੇ ਲੋਕੀ ਚਾਰਦੇ ਸੀ, ਐਕਸਰਸਾਈਜ਼ ਹੋ ਜਾਣੀ, ਹੁਣ ਪਸ਼ੂ ਬੰਨ੍ਹ ਲਏ ਆਪਾਂ। ਸੋ ਬੋਲਣ ਤੋਂ ਸਾਡੀ ਭਾਸ਼ਾ 'ਚ ਹੈਗਾ ਵੀ ਹੀਟ 'ਚ ਆ ਗਈ, ਬੋਲ ਪਈ, ਬੋਲਣ ਤੋਂ ਲੈਂਦੇ ਅੜੰਬੇ ਡੰਗੇ, ਪਰ ਉਹ ਪਸ਼ੂ ਨਹੀਂ। ਸਾਨੂੰ ਇੱਕ ਨਿਸ਼ਾਨੀ, ਜਿੱਦਾਂ ਮੱਝ ਵਾਰ-ਵਾਰ ਡੋਕੇ ਪਾ ਰਹੀ ਆ, ਵਾਰ-ਵਾਰ ਪਿਸ਼ਾਬ ਕਰ ਰਹੀ ਆ, ਅੱਡ ਹੋ ਕੇ ਖਲੋ ਗਈ, ਉਹਦੀ ਗਾਂ ਮੱਝ ਦੇ ਤੁਸੀਂ ਕੰਗਰੋੜ ਤੇ ਰੀੜ੍ਹ ਦੀ ਹੱਡੀ ਤੇ ਹੱਥ ਫੇਰੋ, ਪੂਛ ਚੱਕ ਲੈਂਦੀ ਆ ਤੇ ਵੱਖਰਾ ਹੋ ਜਾਂਦੀ। ਗਾਈਆਂ 'ਚ ਇਸ ਕਰਕੇ ਉਹ ਇੱਕ ਦੂਜੇ ਤੇ ਚੜ੍ਹਦੀਆਂ ਵੀ ਆ, ਮੱਝਾਂ 'ਚ ਨਹੀਂ ਹੈਗਾ। ਸੋ ਸਾਨੂੰ ਇੱਕ ਨਿਸ਼ਾਨੀ ਚਾਹੀਦੀ ਆ। ਤਾਰਾਂ ਜੇ ਕਰਦੀ ਆ, ਇੱਕ ਧਿਆਨ ਰੱਖਿਓ, ਤਾਰਾਂ ਨਾਲ ਹੀ ਧਾਰਾਂ ਨੇ, ਵੀ ਤਾਰਾਂ ਕਰਦੀ ਬੋਲੂ, ਆਸ ਲੱਗੂ ਸੂਹ ਤੇ ਸਾਨੂੰ ਦੁੱਧ ਦੇਵੇਗੀ। ਸੋ ਉਹ ਵੀ ਇੱਕ ਨਿਸ਼ਾਨੀ ਹੈਗੀ ਆ। ਇੰਨਾ ਜ਼ਰੂਰ ਹੈ, ਗਰਮੀਆਂ ਦੀ ਬਹੁਤ ਵੱਡੀ ਸਾਡੀ ਸਮੱਸਿਆ ਜੀ, ਕਿਉਂਕਿ ਗਰਮੀ ਦਾ ਬੋਝ ਪੈਂਦਾ ਵਾ ਗਾਂ 'ਤੇ ਪੈਂਦਾ। ਜਦੋਂ ਗਰਮੀ 'ਚ ਹੁਮਸ ਹੋ ਜਾਏਗਾ, ਉਦੋਂ ਸਾਡੀ ਗਾਂ ਦਾ ਨੁਕਸਾਨ ਹੁੰਦਾ। ਫਿਰ ਉਹ ਕਹਿੰਦੇ ਸਾਡਾ ਠਹਿਰਦੀ ਨਹੀਂ, ਉਹਦਾ ਇੱਕ ਵੱਖਰਾ ਵਿਸ਼ਾ। ਸੋ ਜੇ ਗੁੰਗਾ ਹੈ, ਉਹਨੂੰ ਵਧੀਆ ਖੁਰਾਕ ਪਾਓ, ਆਰਾਮ ਦੇ ਥਾਂ 'ਤੇ ਬੰਨੋ, ਉਹਦਾ ਜੋ ਉਹਨੂੰ ਚਿੱਚੜ ਮਲਾਪ ਜੋ ਟੀਕਾ, ਉਹ ਸਾਰਾ ਕੁਝ ਸਿਹਤ ਦਾ ਪ੍ਰਬੰਧ ਰੱਖੋ। ਅਤੇ ਇਹ ਤੁਹਾਡੀ ਇੱਕ ਜ਼ਿੰਮੇਵਾਰੀ ਹੈ, ਸੂਰਜ ਚੜ੍ਹਨ ਤੋਂ ਪਹਿਲਾਂ, ਡੁੱਬਣ ਤੋਂ ਬਾਅਦ ਸਾਰੇ ਪਸ਼ੂਆਂ ਨੂੰ ਰੋਜ਼ ਵੇਖਣਾ ਵੀ ਜਦੋਂ ਉਹਦੀ ਸੂਹ 'ਤੇ, ਫਰਸ਼ 'ਤੇ ਜਾਂ ਸਰੀਰ 'ਤੇ ਤਾਰ ਦਿਖ ਜੇ, ਚੁੱਪ ਕਰਕੇ ਆਸ ਕਰਾਉਣ ਦਾ ਪ੍ਰਬੰਧ ਕਰੋ। ਕਿਉਂਕਿ ਮੈਂ ਅਕਸਰ ਕਹਿੰਦਾ, 10 ਜਾਨਵਰ ਅਤੇ 11ਵੇਂ ਨਾਲ ਤੁਸੀਂ ਬੱਝੇ, 10 ਬੇਜਵਾਨ ਆ, ਬੋਲਣਾ ਤੁਸੀਂ ਹੈ ਜੀ, ਧਿਆਨ ਤੁਸੀਂ ਰੱਖਣਾ। ਉਹਦੀ ਇੱਕ ਨਿਸ਼ਾਨੀ ਚਾਹੀਦੀ ਹੈ, ਡੋਕੇ ਬਹੁਤ ਵੱਡੀ ਨਿਸ਼ਾਨੀ ਹੈ ਉਹਦੀ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ, ਚੁੱਪ ਕਰਕੇ ਆਸ ਕਰਾਉਣ ਦੀ, ਜੇ ਸਵੇਰੇ ਬੋਲੀ ਸ਼ਾਮੀ ਆਸ ਕਰਾ ਲਓ। ਬਿਲਕੁਲ ਗੱਲ ਖਰੀ ਕਹੀ ਡਾਕਟਰ ਸਾਹਿਬ ਨੇ ਕਿ ਧਿਆਨ ਜਿਹੜਾ ਹੈ ਉਹ ਤੁਸੀਂ ਰੱਖਣਾ ਹੈ। ਅਤੇ ਹੁਣ ਅਗਲੇ ਕਾਲਰ ਦਾ ਧਿਆਨ ਕਰਦੇ ਹੋਏ ਡਾਕਟਰ ਸਾਹਿਬ, ਅਗਲੇ ਪਸ਼ੂ ਪਾਲਕ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ। ਜੰਡੀ ਤੋਂ ਬੋਲਦੇ ਹਾਂ ਜੀ, ਦਵਿੰਦਰ ਸਿੰਘ। ਦਵਿੰਦਰ ਜੀ, ਆਪਣਾ ਸਵਾਲ ਪੁੱਛੋ। ਹਾਂਜੀ ਸਰ, ਸਵਾਲ ਜੀ ਇਹ ਆ ਡਾਕਟਰ ਸਾਹਿਬ, ਆਪਣੀਆਂ ਗਾਈਆਂ ਜਿਹੜੀਆਂ ਹੀਟ ਲੰਬੀ ਰੱਖ ਰਹੀਆਂ। ਇਹ ਜਿਹੜਾ ਇਹਨਾਂ ਦਾ ਸਵਾਲ ਆ ਜੀ, ਦੇਖੋ ਇੱਕ ਤਾਂ ਮੈਂ ਵੈਸੇ ਪਹਿਲਾਂ ਮੱਝਾਂ ਦਾ ਹੀ, ਇਹ ਗਾਈਆਂ ਦਾ ਸਵਾਲ ਆ ਗਿਆ। ਮੈਂ ਇੱਕ ਬੜਾ ਤੁਹਾਨੂੰ ਸਿੱਧੀ ਜਿਹੀ ਗੱਲ ਕਹੂੰਗਾ ਵੀ ਗਾਂ ਕਾਗਜ਼ਾਂ 'ਚ ਬਲੈਤੀ ਬਹੁਤ ਸੋਹਣੀ ਲੱਗਦੀ, ਦੁੱਧ ਜ਼ਿਆਦਾ ਦਿੰਦੀ, ਪਰ ਇਹਨੂੰ ਹਰ ਬੰਦਾ ਪਾਲ ਨਹੀਂ ਸਕਦਾ। ਸੋ ਕਿਰਪਾ ਕਰਕੇ ਜੇ ਧਿਆਨ ਵਧੀਆ ਰੱਖ ਸਕਦੇ ਹੋ, ਵਧੀਆ ਸੰਭਾਲ, ਇਹ ਮੇਮ ਪਾਲਣ ਵਾਲਾ ਕੰਮ ਆ ਜੀ। ਸੋ ਜੇ ਵਧੀਆ ਤੁਸੀਂ ਸੰਭਾਲ ਕਰ ਸਕਦੇ ਤਾਂ ਬਲੈਤੀ ਗਾਂ ਨੂੰ ਹੱਥ ਪਾਇਓ, ਨਹੀਂ ਮੱਝ ਸਾਡਾ ਆਪਣਾ ਜਾਨਵਰ ਆ। ਸੋ ਜਿਹੜਾ ਇਹਨਾਂ ਦਾ ਸਵਾਲ ਆ, ਹਿਹਾ ਲੰਬਾ ਹੋ ਗਿਆ ਜੀ, ਅਸੀਂ ਕਹਿ ਦਿੰਦੇ ਦੂਜੇ ਅੱਧ 'ਚ ਇੰਨੇ ਘੰਟੇ। ਪਹਿਲੀ ਗੱਲ ਇਹ ਕੋਈ ਨਿਕਲ ਜੀ ਸਿੱਧੀ ਜੀ ਗੱਲ ਆ, ਮਤਲਬ ਜੇ ਤੁਸੀਂ ਅਮਲੀ ਤੌਰ 'ਤੇ ਲੈਂਦੇ, ਕਾਬੂ ਨਹੀਂ ਆਉਂਦਾ। ਉਹ ਕੀ ਪਤਾ ਕਿੰਨੇ ਕਦੋਂ ਬੋਲੀ, ਘੰਟੇ ਕਿੱਥੋਂ ਗਿਣਨੇ, ਅੱਧ 'ਤੇ ਤਾਂ ਜੇ ਦੂਜਾ ਸਿਰਾ ਪਤਾ ਲੱਗੇ ਸਾਨੂੰ, ਉਦੋਂ ਤਾਂ ਵਿਹਲਾ ਬੀਤ ਗਿਆ। ਸੋ ਇੱਕ ਤੁਹਾਨੂੰ ਸਿੱਧੀ ਜੀ ਮੈਂ ਤੁਹਾਡੀ ਜ਼ਿਮੀਂਦਾਰਾਂ ਦੀ ਭਾਸ਼ਾ 'ਚ ਸਮਝਾਉਣ ਦੀ ਕੋਸ਼ਿਸ਼ ਕਰਦਾ। ਜੇ ਗਾਂ ਸਵੇਰੇ ਬੋਲੀ ਆ, ਕਿਉਂਕਿ ਦੇਸੀ ਗਾਈਆਂ 18-24 ਘੰਟੇ 'ਚ, ਮੱਝ ਵੀ ਇੰਨੇ ਕੁ 'ਚ ਬੀਤ ਜਾਂਦੀ, ਪਰ ਬਲੈਤੀ ਗਾਈਆਂ ਕਈਆਂ ਦੇ 2-2, 3-3 ਦਿਨ ਬੋਲਦੀਆਂ ਰਹਿੰਦੀਆਂ, ਈਵਨ 4 ਦਿਨ ਬੋਲਦੀਆਂ, ਕਿੱਥੋਂ ਅਸੀਂ ਲੱਭੀਏ। ਸੋ ਸਿੱਧੀ ਜੀ ਗੱਲ ਆ ਵੀ ਜੇ ਸਵੇਰੇ ਬੋਲੀ, ਸ਼ਾਮੀ ਟੀਕਾ ਲਵਾ ਲਓ, ਅਤੇ ਜੇ ਸ਼ਾਮ ਨੂੰ ਬੋਲਦੀ, ਸਵੇਰੇ ਟੀਕਾ ਲਵਾ ਲਓ। ਟੀਕਾ 24 ਘੰਟੇ ਬੱਚੇਦਾਨੀ 'ਚ ਜਿੰਦਾ ਰਹੇਗਾ, ਪਰ ਆਂਡਾ ਡਿੱਗਦਾ ਜਦੋਂ ਹਿਹਾ ਬੰਦ ਹੋ ਜਾਊਗਾ, ਉਸ ਤੋਂ 12 ਘੰਟੇ ਬਾਅਦ। ਗੱਲ ਤਾਂ ਬਣਨੀ ਜਦ ਤੁਹਾਨੂੰ ਇਕੱਠੇ ਹੋਣਗੇ। ਸਵੇਰ ਜੇ ਦੂਜੇ ਦਿਨ ਤਾਰਾਂ ਕਰਦੀ ਆ, ਮੰਨ ਲਓ ਅੱਜ ਸਵੇਰੇ ਟੀਕਾ ਲਵਾਇਆ, ਕੱਲ੍ਹ ਸਵੇਰੇ ਬੋਲਦੀ, ਟੀਕਾ ਦੁਬਾਰਾ ਲੱਗੂਗਾ। ਅੱਜ ਵਾਲੇ ਟੀਕੇ ਨੇ ਕੰਮ ਨਹੀਂ ਕਰਨਾ, ਉਹ ਟੀਕਾ ਖਤਮ ਹੋ ਗਿਆ। ਸੋ ਜਿੰਨੇ ਦਿਨ ਬੋਲੇ ਓਨੇ ਦਿਨ ਟੀਕੇ ਲੱਗਣਗੇ। ਜੇ 3 ਵਾਰੀ ਬਾਈਏ ਨਹੀਂ ਠਹਿਰੀ, ਚੁੱਪ ਕਰਕੇ ਤਾਰਾਂ ਸਾਫ ਸੁਥਰੀ ਸ਼ੀਸ਼ੀ 'ਚ ਪਾਓ, ਅਤੇ ਉਹ ਚੁੱਪ ਕਰਕੇ ਪ੍ਰਯੋਗਸ਼ਾਲਾ 'ਚ ਕਿਸੇ ਨੇੜੇ ਦੇ ਹਸਪਤਾਲ 'ਚ ਕਲਚਰ ਕਰਾ ਲਓ। ਜੋ ਦਵਾਈ ਦੱਸਦੇ ਉਹ ਭਰਾਓ। ਪਰ ਟੀਕਾ ਫਿਰ ਮੈਂ ਕਹੂੰਗਾ ਵੀ ਜਿਹੜਾ ਟੀਕਾ ਉਹ ਸਿਲੰਡਰ 'ਚੋਂ ਨਿਕਲੇ। ਨੰਬਰ 2, ਉਹਦੀ ਜਿਹੜੀ ਨਾਲੀ ਆ ਸ਼ੀਸ਼ੇ ਵਾਲੀ, ਜਿਹਦੇ ਨਾਲ ਟੀਕਾ ਲਾਉਂਦਾ, ਉਹ ਸਾਫ ਸੁਥਰੀ ਹੋਣੀ ਚਾਹੀਦੀ ਹੈ ਨਾ। ਉਹ ਪਹਿਲਾਂ ਕਿਸੇ ਦੇ ਵਰਤ ਕੇ ਆਇਆ ਅਤੇ ਉਹ ਬਿਮਾਰ ਸੀ, ਤੁਹਾਡਾ ਜਾਨਵਰ ਨਜਾਇਜ਼ ਟੰਗਿਆ ਜਾਏ। ਔਰ ਉਹ ਤਜਰਬੇਕਾਰ ਮਾੜਾ ਮੋਟਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਅਸਲੀ ਡਾਕਟਰ ਆ ਕਿ ਝੋਲਾ ਛਾਪ ਡਾਕਟਰ ਆ। ਸੋ ਜਿਹੜਾ ਪਹਿਲਾਂ ਆਪਾਂ ਨੇ ਨੁਕਸਾਨ 'ਚ ਗਏ, ਇੱਕ ਬਾਈਆ ਫਿਰ ਗਿਆ, ਦੇਖ ਲਓ, ਫਿਰ 5-7 ਹਜ਼ਾਰ ਦਾ ਤਾਂ ਸਿੱਧਾ ਨੁਕਸਾਨ ਹੋ ਗਿਆ, ਅਤੇ ਗਾਂ ਪਤਾ ਨਹੀਂ ਪਸ਼ੂ ਨੇ ਬਾਂਝ ਹੀ ਹੋ ਜਾਣਾ। ਫਿਰ ਆਪਾਂ ਉਹ ਗਾਲਾਂ ਕੱਢਦੇ, ਅਤੇ ਚੱਲ ਉਹ ਵਾਲੀ ਨੀਤੀ ਛੱਡ ਦਿਓ। ਸੋ ਮੈਂ ਫਿਰ ਕਹਿੰਦਾ, ਜੇ ਸੰਭਾਲ ਵਧਿਆ ਕਰੋਗੇ, ਜੇ ਆਪਾਂ ਜਾਨਵਰ ਦਾ ਧਿਆਨ ਰੱਖਾਂਗੇ, ਜਾਨਵਰ ਨੂੰ ਇੱਕ ਰੱਬ ਨੇ ਇਹਦੇ 'ਤੇ ਰਹਿਮਤ ਆ ਵੀ ਤੂੰ ਆਪਣੇ ਮਾਲਕ ਦਾ ਧਿਆਨ ਰੱਖੀ।
ਤੇ ਜਦ ਉਹਦੀ ਪੂਰੀ ਨਹੀਂ ਪੈਂਦੀ ਫਿਰ ਉਹ ਬੋਲ ਕੇ ਤੇ ਦੱਸਦਾ ਨਹੀਂ ਮੈਨੂੰ ਕਸ਼ਟ ਆ, ਉਹ ਕੋਈ ਸਮੱਸਿਆ ਖੜੀ ਕਰ ਦੂਗਾ ਤੇ ਸਮੱਸਿਆ ਫਸ ਲੱਗੇ ਆ ਵੀ ਕੀ ਹੋਣ ਡਿਆ। ਬਿਲਕੁਲ ਜੀ, ਤੁਸੀਂ ਆਪਣੇ ਪਸ਼ੂ ਦਾ ਧਿਆਨ ਰੱਖੋ ਤੇ ਪਸ਼ੂ ਤੁਹਾਡਾ ਧਿਆਨ ਰੱਖੇਗਾ। ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਇੱਕ ਅਗਾਂਹਵਧੂ ਪਸ਼ੂ ਪਾਲਕ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਤੇ ਅਗਾਂਹਵਧੂ ਪਸ਼ੂ ਪਾਲਕ ਕੌਣ ਹੁੰਦਾ ਹੈ? ਅਗਾਂਹਵਧੂ ਪਸ਼ੂ ਪਾਲਕ ਉਹ ਹੁੰਦਾ ਹੈ ਜੋ ਬਾਕੀ ਪਸ਼ੂ ਪਾਲਕਾਂ ਲਈ ਚਾਨਣ ਮੁਨਾਰਾ ਬਣਦਾ ਹੈ, ਉਹਨਾਂ ਲਈ ਇੱਕ ਮਿਸਾਲ ਬਣਦਾ ਹੈ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਦੇਸ਼ ਵਿੱਚ ਚਿੱਟੀ ਕ੍ਰਾਂਤੀ ਲਿਆਉਣ ਵਾਲੇ ਕਿਸਾਨ ਭਾਵੇਂ ਘੱਟ ਮੁੱਲ ਮਿਲਣ ਕਰਕੇ ਅਤੇ ਫਸਲੀ ਚੱਕਰਾਂ ਵਿੱਚ ਪੈਣ ਕਰਕੇ ਡੇਅਰੀ ਫਾਰਮਿੰਗ ਨੂੰ ਛੱਡ ਸਿਰਫ ਤੇ ਸਿਰਫ ਖੇਤੀਬਾੜੀ ਵਿੱਚ ਰੁੱਝਣ ਕਰਕੇ ਜਿੱਥੇ ਮੰਦਹਾਲੀ ਦੇ ਦੌਰ ਵਿੱਚ ਗੁਜ਼ਰ ਰਹੇ ਨੇ, ਉੱਥੇ ਹੀ ਫਿਰੋਜ਼ਪੁਰ ਦੇ ਪਿੰਡ ਸੇਖਵਾਂ ਦੇ ਕਿਸਾਨ ਨਵਪ੍ਰੀਤ ਵੱਲੋਂ ਖੇਤੀਬਾੜੀ ਦੇ ਨਾਲ ਡੇਅਰੀ ਫਾਰਮਿੰਗ ਰਾਹੀਂ ਆਪਣੀ ਵੱਖਰੀ ਪਹਿਚਾਣ ਸਥਾਪਿਤ ਕੀਤੀ ਗਈ ਹੈ। ਸੋ ਫਿਰੋਜ਼ਪੁਰ ਦੇ ਪਿੰਡ ਸੇਖਵਾਂ ਦੇ ਕਿਸਾਨ ਨਵਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ 16 ਸਾਲਾਂ ਤੋਂ ਡੇਅਰੀ ਫਾਰਮਿੰਗ ਕੀਤੀ ਜਾ ਰਹੀ ਹੈ, ਪਰ ਇਹ 16 ਸਾਲਾਂ ਪਿੱਛੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਪਸ਼ੂਆਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਤੇ ਖਾਸ ਖਿਆਲ ਰੱਖਣ ਲਈ ਅਸੀਸ ਫੀਡ ਦੀ ਹੀ ਵਰਤੋਂ ਕੀਤੀ ਜਾਵੇ ਤਾਂ ਜੋ ਪਸ਼ੂ ਦੁੱਧ ਵਧੀਆ ਕੁਆਲਿਟੀ ਨਾਲ ਦੇ ਸਕਣਗੇ ਤੇ ਨਾਲ ਹੀ ਕਿਸਾਨਾਂ ਨੂੰ ਵੀ ਚੋਖਾ ਮੁਨਾਫਾ ਹੋਵੇਗਾ। ਅਸੀਂ ਡੇਅਰੀ ਫਾਰਮ ਦਾ ਕਿੱਤਾ ਅੱਜ ਤੋਂ 20-21 ਸਾਲ ਪਹਿਲਾਂ ਤੋਂ ਮੇਰੇ ਦਾਦਾ ਜੀ ਨੇ 2-3 ਗਾਵਾਂ ਤੋਂ ਸ਼ੁਰੂ ਕੀਤਾ ਸੀ, ਜੋ ਕਿ ਅਸੀਂ ਅੱਜ 80 ਤੋਂ 90 ਪਸ਼ੂ ਪਾਲ ਰਹੇ ਹਾਂ, ਜੋ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਰਿਪੀਟ ਬਰੀਡਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਆ, ਜੋ ਕਿ ਸਾਡੇ ਫਾਰਮ ਦੇ ਵਿੱਚ ਬਹੁਤ ਹੀ ਘੱਟ ਮਾਤਰਾ ਦੇ ਨਾਲ ਹੈ। ਕਿਉਂਕਿ ਅਸੀਂ ਅਸੀਸ ਫੀਡ ਟੀਮ ਨਾਲ ਗੱਲਬਾਤ ਕਰਕੇ ਅਸੀਂ ਵਧੀਆ ਕੁਆਲਿਟੀ ਫੀਡ ਪੱਠਾ ਤੂੜੀ ਵਰਤ ਰਹੇ ਹਾਂ, ਜਿਸ ਨਾਲ ਇਹ ਸਮੱਸਿਆ ਬਹੁਤ ਘੱਟ ਜਾਂਦੀ ਹੈ। ਅਸੀਂ ਸਾਰੇ ਹੀ ਫਾਰਮਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਵਧੀਆ ਕੁਆਲਿਟੀ ਦੀ ਬੈਲੈਂਸ ਡਾਈਟ ਫਾਰਮ ਦੇ ਵਿੱਚ ਵਰਤੀ ਜਾਵੇ, ਜਿਸ ਨਾਲ ਇਹ ਸਮੱਸਿਆ ਬਹੁਤ ਘੱਟ ਰਹੇ। ਸੋ ਵਾਕਿਆ ਹੀ ਜਿੱਥੇ ਇਸ ਕਿਸਾਨ ਨੇ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਅਪਣਾ ਕੇ ਆਪਣੀ ਆਮਦਨ ਵਧਾਈ ਹੈ, ਉੱਥੇ ਹੀ ਹੋਰਨਾਂ ਕਿਸਾਨਾਂ ਨੂੰ ਵੀ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਅਪਣਾਉਣ ਵੱਲ ਪ੍ਰੇਰਿਤ ਕੀਤਾ ਹੈ। ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਦੀ ਰਿਪੋਰਟ। ਬਈ ਅਜਿਹੇ ਅਗਾਂਹਵਧੂ ਪਸ਼ੂ ਪਾਲਕ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ। ਤੇ ਅੱਜ ਦਾ ਜਿਹੜਾ ਵਿਸ਼ਾ ਅਵਾਰਾ ਪਸ਼ੂ ਰਿਪੀਟ ਬਰੀਡਿੰਗ ਇੱਕ ਚੁਣੌਤੀ, ਇਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉੱਤੇ ਵੀ ਇੱਕ ਝਾਤ ਪਾਉਂਦੇ ਹਾਂ। ਅੱਜ ਦੇ ਅਸੀਸ ਡੇਅਰੀ ਫਾਰਮ ਹੈਲਪਲਾਈਨ ਪ੍ਰੋਗਰਾਮ ਵਿੱਚ ਇੰਨਾ ਹੀ। ਤੇ ਅਗਲੇ ਹਫਤੇ ਦਾ ਜਿਹੜਾ ਵਿਸ਼ਾ ਹੈ ਉਹ ਹੈ ਵੱਧ ਤੋਂ ਵੱਧ ਦੁੱਧ ਲੈਣਾ ਇੱਕ ਚੁਣੌਤੀ। ਜੇ ਇਸ ਮੁਤਲਕ ਤੁਹਾਡੇ ਸਵਾਲ ਨੇ ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 8699037369, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਅਗਲੇ ਹਫਤੇ ਫੇਰ ਹੋਵੇਗੀ ਮੁਲਾਕਾਤ। ਦਿਓ ਇਜਾਜ਼ਤ, ਰੱਬ ਰੱਖਾ।